ਸਤਿਨਾਮ ਸ੍ਰੀ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ। ਸਤਿਨਾਮ ਸ੍ਰੀ सर्व शिरोमणि जगत के पूर्ण सुखा के ताच पाच मम बंदना जाके नाम श्री शीश जटा का मुकुट है मस्तक छो है हृदय में आके बचो श्री गुरु नानक। नानक पूछ चंद्र जी दीन बंधु अब भगतन के हृदय बचो संतन प्राण। साचा साहिब एक है सब जग जानन दास जान कर आपनो दीजै मोहे। मैं अति दीन गरीब हूँ दास आपनो मैं अति दीन दास आपनो जान। करो पव सिंधु से श्री चंद्र मात लोग में कल्प तार मुक्त मुक्त के ताच पास मम बंदना जाके नाम श्री शीश जटा का मुकुट है मस्तक सोहे हृदय में आके बचो श्री गुरु नानक। नानक पूछ श्री चंद्र जी दीन बंधु भगतन के हृदय बचो संतन। साचा साहिब एक है सब जग जानन दास जान कर आपनो दीजै। मैं अति दीन गरीब हूँ दास आपनो पार करो पव सिंधु से श्री चंद्र पग। मुक्त मुक्त के कंद उदासीन प्रगट पे महाराज श्री उदासीन प्रगट पे महाराज श्री। विधि साहब जादे पव सागर तरा दे जुड़े होए तेरे दास होगे जग तो कटो जमा वाली फास मुखों जटा जूट निर्बान थे उथे पर कुछ मेरे ओ पुराण भगवान श्री। कवि राम दरवेश याद करदा कवि राम दरवेश याद करदा कटो जमा दे कलेश करूं बार बार बंदना। परम सन्मानयोग गुरु बाबा जी का स्वरूप गुरु प्यारी गुरु सवारी गुरु खालसा साध संगत जी बड़ी श्रद्धा नाल बड़ी भावना नाल बड़े प्रेम प्यार बराग नाल
ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਨ ਵਾਲੇ ਗੁਰਮੁਖ ਪਿਆਰੇ ਰੰਗ ਰਤਨੀਆਂ ਰੂਹਾਂ, ਛੋਟੇ ਵੱਡੇ ਬੱਚੇ ਬਜ਼ੁਰਗ ਮਾਤਾਵਾਂ ਭੈਣਾਂ ਬਹੁਤ ਹੀ ਦੂਰੋਂ ਅਤੇ ਨੇੜੇ ਤੋਂ ਚੱਲ ਕੇ ਹਰ ਐਤਵਾਰ ਦੇ ਦਿਹਾੜੇ ਦੀ ਪ੍ਰਮੁੱਖਤਾ ਦੇ ਅੰਦਰ ਗੁਰੂ ਬਾਬਾ ਜੀ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਗੁਰੂ ਨਾਨਕ ਨੰਦਨ ਧੰਨ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ, ਮਾਤਾ ਸੁਲੱਖਣੀ ਜੀਆਂ ਦੇ ਅੱਖਾਂ ਦੇ ਤਾਰੇ, ਬੇਬੇ ਨਾਨਕੀ ਭੂਆ ਦੇ ਰਾਜ ਦੁਲਾਰੇ, ਐਸੇ ਮੇਰੇ ਇਸ਼ਟ ਮੇਰੇ ਪ੍ਰਭੂ ਮੇਰੇ ਗੁਰਦੇਵ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਵੱਡੇ ਫਰਜ਼ੰਦ ਫਕੀਰਾਂ ਦੇ ਸ਼ਹਿਨਸ਼ਾਹ ਮਹਾਨ ਤਪਸਵਰ ਧੰਨ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਦੇ ਪਾਵਨ ਅਸਥਾਨ 'ਤੇ ਗੁਰਦੁਆਰਾ ਮਾਂਡੀ ਸਾਹਿਬ ਵਿਖੇ ਆਪ ਸੰਗਤ ਨਿਤ ਨਮਿਤ ਅਤੇ ਐਤਵਾਰ ਨੂੰ ਬੜੇ ਹੀ ਪਿਆਰ ਨਾਲ, ਬੜੇ ਹੀ ਭਾਵਨਾ ਨਾਲ ਗੁਰੂ ਸਾਹਿਬ ਨੂੰ ਨਤਮਸਤਕ ਹੋ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀ ਹਾਜ਼ਰੀ ਭਰ ਕੇ ਆਪਣੇ ਮਨ ਦੀਆਂ ਭਾਵਨਾਵਾਂ, ਆਪਣੇ ਮਨ ਦੀਆਂ ਇੱਛਾਵਾਂ ਅਸੀਂ ਗੁਰਦੇਵ ਦੇ ਚਰਨਾਂ ਸਾਂਝੀਆਂ ਕਰਦੇ ਹਾਂ ਔਰ ਬੇਨਤੀਆਂ ਕਰਦੇ ਹਾਂ। ਗੁਰਦੇਵ ਸਤਿਗੁਰੂ ਤੂੰ ਸਮਰੱਥ ਹੈ, ਅਸੀਂ ਤੇਰੇ ਬਾਲਕ ਹਾਂ, ਭੁੱਲਣਹਾਰ ਹਾਂ, ਕਲਯੁਗੀ ਜੀਵ ਹਾਂ। ਤੂੰ ਦਿਆਲੂ ਹੈ, ਤੂੰ ਦਾਤਾ ਹੈ, ਤੂੰ ਬਖਸ਼ਣਹਾਰ ਹੈ। ਤੇਰਾ ਘਰ ਸਦੀਵ ਦਇਆ ਦਾ ਪ੍ਰਤੀਕ ਹੈ। ਤੇਰੇ ਘਰ ਸਦਾ ਰਹਿਮਤਾਂ, ਬਖਸ਼ਿਸ਼ਾਂ ਅਤੇ ਅਸੀਸਾਂ। ਸੰਗਤ ਜੀ, ਗੁਰੂ ਘਰ ਦੇ ਵਿੱਚ ਹਮੇਸ਼ਾ, ਪਰਮਾਤਮਾ ਦੇ ਘਰ ਵਿੱਚ ਹਮੇਸ਼ਾ ਉਸ ਪਰਮਾਤਮਾ ਦੀਆਂ ਜਿਹੜੀਆਂ ਬਰਕਤਾਂ, ਜਿਹੜੀਆਂ ਰਹਿਮਤਾਂ, ਜਿਹੜੀਆਂ ਕਰਾਮਾਤਾਂ ਸਾਨੂੰ ਦੀਂਦੀਆਂ ਨਹੀਂ, ਉਹ ਬਾਬੇ ਦੇ ਘਰ ਸਦਾ ਹੀ ਹੁੰਦੀਆਂ ਰਹਿੰਦੀਆਂ, ਸਦਾ ਹੀ ਹੁੰਦੀਆਂ ਰਹਿੰਦੀਆਂ। ਤਾਂ ਆਓ ਅੱਜ ਵੀ ਆਪ ਜੀ ਨੇ ਅਖਾੜਾ ਸਾਹਿਬ ਦੇ ਸਮੂਚੇ ਬਿਹੰਗਮ ਜਥੇ ਪਾਤਸ਼ਾਹ, ਬੜੇ ਹੀ ਪਿਆਰੇ ਸਾਧੂ ਨੇ, ਸਾਰੇ ਬਾਣੀ ਪੜ੍ਹਨ ਵਾਲੇ ਨੇ, ਅੰਮ੍ਰਿਤ ਵੇਲਾ ਸੰਭਾਲਦੇ ਨੇ, ਨਿਤਨੇਮ ਕਰਦੇ ਨੇ। ਬਹੁਤ ਸਾਰੇ ਬੱਚਿਆਂ ਨੂੰ ਗੁਰਬਾਣੀ, ਪੰਜਾਂ ਬਾਣੀਆਂ ਦਾ ਨਿਤਨੇਮ, ਸੁਖਮਨੀ ਸਾਹਿਬ ਦਾ ਨਿਤਨੇਮ, ਹੋਰ ਵੀ ਅਨੇਕਾਂ ਹੀ ਗੁਰੂ ਦੀਆਂ ਮਿੱਠੀਆਂ ਮਿੱਠੀਆਂ ਬਾਣੀਆਂ ਇਹਨਾਂ ਸਾਧੂਆਂ ਨੂੰ ਕੰਠ ਹਨ। ਸੋ ਉਹ ਅਖਾੜਾ ਸਾਹਿਬ ਦੇ ਪ੍ਰਮੁੱਖ ਸੇਵਾਦਾਰ ਜਥੇਦਾਰ ਬਾਬਾ ਕੁਲਦੀਪ ਸਿੰਘ ਜੀ, ਜੋ ਦਾਸ ਨਾਲ ਹਰ ਵਕਤ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੰਦੇ ਹੈ ਔਰ ਬੜਾ ਉਹਨਾਂ ਦੇ ਅੰਦਰ ਧਰਮ ਦੇ ਪ੍ਰਚਾਰ ਪ੍ਰਸਾਰ ਲਈ, ਗੁਰਸਿੱਖੀ ਦੇ ਪ੍ਰਚਾਰ ਲਈ, ਸ਼ਬਦ ਦੇ ਪ੍ਰਚਾਰ ਲਈ ਦਰਦ ਉੱਠਦਾ ਰਹਿੰਦਾ। ਮੇਰੇ ਨਾਲ ਸਾਂਝੇ ਕਰਦੇ ਰਹਿੰਦੇ ਆ। ਆਓ ਸਾਰੀਆਂ ਸੰਗਤਾਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਹੋਇਆਂ ਫਤਿਹ ਦੀ ਸਾਂਝ ਪਾਓ। ਸਮਾਂ ਬਹੁਤਾ ਨਹੀਂ ਹੈ। ਆਪਾਂ ਅੱਜ ਦੇ ਦੀਵਾਨ ਮਹਾਨ ਤਪਸਵਰ ਭਗਵਾਨ ਬਾਬਾ ਸ੍ਰੀ ਚੰਦ ਸਾਹਿਬ ਜੀ ਨੂੰ ਯਾਦ ਕਰਨਾ। ਕੋਈ ਵੀ ਰਚਨਾ ਵਾਂਝੀ ਨਾ ਰਹੇ। ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਆਪਣੇ ਇੱਕ ਪਰਿਵਾਰ ਵਾਂਗੂ, ਇਹ ਮੇਰਾ ਪਰਿਵਾਰ ਹੈ, ਗੁਰੂ ਨਾਨਕ ਦਾ ਪਰਿਵਾਰ ਹੈ, ਬਾਬਾ ਸ੍ਰੀ ਚੰਦ ਜੀ ਦਾ ਪਰਿਵਾਰ ਹੈ। ਪਰਿਵਾਰ ਦੇ ਵਿੱਚ ਗੱਲ ਕਰਨੀ, ਸੰਦੇਸ਼ ਦੇਣਾ, ਆਪਣੀ ਗੱਲ ਰੱਖਣੀ ਥੋੜ੍ਹੀ ਆਸਾਨ ਹੁੰਦੀ ਹੈ। ਉਹ ਜਸਪਾਲ ਵੀਰ ਜੀ, ਇਹ ਵੀ ਕਲੀਨ ਸ਼ੇਫ ਹੁੰਦੇ ਸਨ। ਸਾਰਿਆਂ ਨੂੰ ਪਤਾ ਹੈ, ਸਟੂਡੀਓ ਭੇਵੇ ਦੇ ਵਿੱਚ ਉਹ ਸੰਗਤ ਜੀ ਬੜੀਆਂ ਸਾਲਾਂ ਤੋਂ ਦਰਸ਼ਨਦਾਰੇ ਕਰਦੇ ਕਰਦੇ ਜਦੋਂ ਉਹ ਮਾਲਕ ਰਹਿਮਤ ਕਰਦਾ ਹੈ ਨਾ, ਤਾਂ ਬੰਦੇ ਦਾ ਜੀਵਨ ਕੁਛ ਹੁੰਦਾ, ਜੀਵਨ ਬਦਲ ਜਾਂਦਾ। ਤੁਸੀਂ ਹੈਰਾਨ ਹੋਵੋਗੇ, ਬਹੁਤ ਸਾਲ ਪਹਿਲਾਂ ਮੈਂ ਜਸਪਾਲ ਵੀਰ ਦੀ ਦੁਕਾਨ 'ਤੇ ਵੀ ਗਈ। ਇਹ ਫੋਟੋਗ੍ਰਾਫੀ ਕਰਦੇ ਨੇ, ਫੋਟੋਆਂ ਉੱਥੇ ਕਰਵਾਈਆਂ।
ਐਸੀ ਸਾਂਝ ਬਣੀ। ਅੱਜ ਵੀ ਇਹਨਾਂ ਦੇ ਮਨ ਵਿੱਚ ਵੀ ਦਰਦ ਹੈ ਕਿ ਬਾਬਾ ਸ਼੍ਰੀ ਚੰਦ ਜੀ ਦਾ, ਗੁਰੂ ਨਾਨਕ ਦੇ ਸ਼ਬਦ ਦਾ ਜੋ ਉਦਾਸੀ ਸੰਪਰਦਾ ਭਲੇ ਜ਼ਮਾਨੇ 'ਚ ਪਿੰਡ ਪਿੰਡ ਜਾ ਕੇ, ਘਰ ਘਰ ਜਾ ਕੇ ਧਿਆਨ ਨਾਲ ਸੁਣਿਓ। ਉਦਾਸੀ ਸੰਪਰਦਾ ਦੇ ਜਿਹੜੇ ਮਹਾਂਪੁਰਖ ਸਨ, ਮਹਾਨ ਤਪਸਵੀ ਸਨ, ਮਹਾਨ ਤਪਸਵੀ। ਨਿਰਵਾਨ ਰਹਿਣਾ, ਵਸਤਰ ਘੱਟ ਪਾਉਣੇ, ਧੂਣੇ ਤੇ ਬਹਿ ਕੇ ਗੁਰਬਾਣੀ ਦਾ ਪਾਠ ਕਰਨਾ। ਹੁਣ ਕਈਆਂ ਨੂੰ ਲੱਗਦਾ ਕਿ ਉਦਾਸੀ ਕੱਪੜੇ ਨਹੀਂ ਪਾਉਂਦੇ ਜਾਂ ਯੁੱਗ ਬਦਲ ਗਿਆ ਨਾ। ਯੁੱਗ ਬਦਲਣ ਨਾਲ ਬਹੁਤ ਕੁਛ ਬਦਲਿਆ, ਸਾਡੀ ਸੋਚ, ਸਾਡੇ ਵਿਚਾਰ, ਸਾਡੇ ਰੰਗ ਰੂਪ ਵੀ ਬਦਲ ਗਏ। ਗੁੱਸਾ ਨਾ ਕਰਿਓ, ਅੱਜ ਤੋਂ 25 ਕੁ ਸਾਲ ਪਹਿਲਾਂ ਲੋਕਾਂ ਦੇ ਰੰਗ ਰੂਪ ਥੋੜ੍ਹੇ ਹੋਰ ਹੁੰਦੇ ਸੀ। ਆ ਚਿੱਟਾ ਰੰਗ ਸਾਰਿਆਂ ਨੂੰ ਬੜਾ ਪਸੰਦ ਹੈ, ਗੋਰਾ ਗੋਰਾ ਜਿਹਾ। ਹੁਣ ਇੰਨੇ ਕੁ ਆ ਗਏ ਨੇ, ਆ ਸਾਬਣ ਕਹਿ ਲਈਏ, ਹੋਰ ਬੜੀਆਂ ਇਹੋ ਜਿਹੀਆਂ ਕਰੀਮਾਂ ਕਰੂਮਾਂ ਆ ਗਈਆਂ, ਲੋਕ ਲਾ ਕੇ ਨਿਖਰ ਜਾਂਦੇ, ਚਿਹਰੇ ਬਦਲ ਜਾਂਦੇ। ਮਤਲਬ ਸਾਡਾ ਜਿਹੜਾ ਸਕਿਨ ਹੈ, ਚਿਹਰਾ ਬਦਲ ਜਾਂਦਾ। ਇਸੇ ਤਰ੍ਹਾਂ ਸਮੇਂ ਮੁਤਾਬਕ ਉਦੋਂ ਲੋਕ ਗਾਚੀ ਨਾਲ ਨਹਾ ਲੈਂਦੇ ਸੀ, ਸਾਬਣ ਹੁੰਦਾ ਨਹੀਂ ਸੀ, ਮੁਲਤਾਨੀ ਮਿੱਟੀ ਲਾ ਲੈਂਦੇ ਸੀ ਲੋਕ, ਧਿਆਨ ਦਿਓ। ਇਸੇ ਪ੍ਰਕਾਰ ਵਕਤ ਨਾਲ ਸਾਬਣ ਆ ਗਏ, ਹੁਣ ਅਨੇਕਾਂ ਪ੍ਰਕਾਰ ਦੀਆਂ ਵਸਤੂਆਂ ਆ ਗਈਆਂ। ਚਲੋ ਮੈਂ ਜ਼ਿਆਦਾ ਵਿਸਤਾਰ 'ਚ ਨਾ ਜਾਵਾਂ, ਕਈ ਗੁੱਸਾ ਹੀ ਕਰ ਜਾਂਦੇ ਹੁੰਦੇ ਆ। ਇਸ ਕਰਕੇ ਨਾਮ ਇੱਕ ਐਸੀ ਪਰਮੇਸ਼ਵਰ ਦੀ ਦਾਤ ਹੈ, ਨਾਮ ਜੋ ਤੁਹਾਡੇ ਤਨ ਨੂੰ ਛੱਡੋ, ਮਨ ਨੂੰ ਵੀ ਚਮਕਾ ਦਿੰਦਾ। ਸਰੀਰ ਨੂੰ ਧੋਣਾ ਹਰ ਬੰਦੇ ਨੂੰ ਆਉਂਦਾ, ਪਰ ਮਨ ਧੋਣਾ ਸਾਰਿਆਂ ਦੇ ਵੱਸ ਦੀ ਗੱਲ ਨਹੀਂ ਹੈ। ਪਰ ਪ੍ਰਭੂ ਦਾ ਨਾਮ, ਸਾਧੂ ਦਾ ਸੰਗ, ਗੁਰੂ ਦੀ ਸੰਗਤ, ਜਿਸ ਇਕੱਠ ਤੁਸੀਂ ਬੈਠੇ ਹੋ ਸੰਗਤ, ਇਹ ਤੀਰਥ ਹੈ, ਸਮਝੋ। ਇਹ ਤੁਹਾਡੇ ਮਨ ਦੀ ਮੈਲ ਨੂੰ ਵੀ ਧੋ ਦੇਗਾ। 68 ਤੀਰਥ ਸਾਧ ਕੇ ਸੰਗ। ਆਓ ਮੈਂ ਵਿਚਾਰ ਰੰਭਣ ਤੋਂ ਪਹਿਲਾਂ ਦੋ ਕੁ ਵਿਚਾਰਾਂ ਰੱਖਾਂ। ਤੁਹਾਡੀ ਮੇਰੇ ਖਿਆਲ ਦੁਕਾਨ ਵੀਰ ਜੀ ਨਵਦੀਪ ਮਾਰਕੀਟ 'ਚ ਹੈ, ਉੱਥੇ ਇਹਨਾਂ ਦੀ ਦੁਕਾਨ ਚਰਨ ਪਾਏ। ਦੇਖੋ, ਜਦੋਂ ਅੰਦਰ ਪ੍ਰੇਮ ਉਪਜਦਾ ਹੈ, ਅੱਜ ਕੈਮਰੇ ਕਰਕੇ, ਲਾਈਵ ਕਰਕੇ ਸਾਰੇ ਵਿਸ਼ਵ 'ਚ ਗੱਲ ਜਾਂਦੀ ਹੈ, ਸੰਦੇਸ਼ ਜਾਂਦਾ ਹੈ, ਲੋਕ ਫੋਨ ਕਰਦੇ ਨੇ, ਬੱਚੇ ਦਰਸ਼ਨ ਕਰਦੇ ਨੇ, ਬੜੇ ਖੁਸ਼ ਹੁੰਦੇ ਨੇ, ਛੋਟੇ ਵੱਡੇ ਸਾਰੇ। ਇਸੇ ਪ੍ਰਕਾਰ ਕੁਲਦੀਪ ਸਿੰਘ ਹੁਣੀ ਨਾਂ ਰਹਿੰਦੇ ਹੈ, ਆਪਣਾ ਵੀਰ ਗੋਲਡੀ ਫੈਕਟਰੀ ਹੈ। ਮੈਨੂੰ ਕਹਿੰਦੇ ਬਾਬਾ ਜੀ ਮਨ ਦੇ ਵਿੱਚ ਹੈ ਕਿ ਗੁਰੂ ਨਾਨਕ ਦਾ ਜੋ ਪ੍ਰਚਾਰ ਉਦਾਸੀ ਸੰਪਰਦਾ ਨੇ, ਭਲੇ ਅੱਜ ਤੋਂ 100 ਸਾਲ ਪਹਿਲੋਂ, ਸੰਨ 47 ਦੇਸ਼ ਆਜ਼ਾਦ ਹੋਇਆ, ਸੰਨ 84 ਦੇ ਅਟੈਕ ਤੋਂ ਬਾਅਦ, ਸਾਰੇ ਸੁਣ ਰਹੇ ਹੋ ਨਾ, ਸੰਨ 84 ਤੋਂ ਬਾਅਦ ਸ਼੍ਰੀ ਦਸਮ ਗ੍ਰੰਥ ਦਾ ਵਿਰੋਧ ਸ਼ੁਰੂ ਹੋਇਆ। ਪਹਿਲਾਂ ਦਸਮ ਗ੍ਰੰਥ ਦਾ ਵਿਰੋਧ ਨਹੀਂ ਸੀ। ਸ਼੍ਰੀ ਦਸਮ ਗ੍ਰੰਥ ਜੀ ਦਾ ਵਿਰੋਧ ਸੰਨ 84 ਤੋਂ ਬਾਅਦ ਸ਼ੁਰੂ ਹੋਇਆ। ਉਦਾਸੀ ਸੰਪਰਦਾ ਦਾ ਵਿਰੋਧ 1926 ਦੇ ਵਿੱਚ, ਜਦੋਂ ਧਾਰਮਿਕ ਤੌਰ 'ਤੇ ਜਿਵੇਂ ਦੋ ਭਰਾ ਲੜ ਕੇ ਵੱਖਰੇ ਹੋ ਜਾਣ, ਦੋ ਭਾਈ ਜ਼ਮੀਨ ਵੰਡ ਲੈਂਦੇ। ਕੁਦਰਤੀ ਗੱਲ ਹੈ, ਬਾਪ ਮਰ ਜੇ ਅਤੇ ਜਿਹੜੀ ਜ਼ਮੀਨ ਹੈ ਆਟੋਮੈਟਿਕ ਭਰਾਵਾਂ ਦੇ, ਭੈਣਾਂ ਦੇ ਨਾਂ ਚਲੇ ਜਾਂਦੀ ਹੈ। ਉਦਾਸੀਆਂ ਕੋਲ ਜ਼ਮੀਨ ਬੜੀ ਸੀ, ਇਹ ਵੱਖੋ ਵੱਖ ਹੋ ਗਏ। ਬੜਾ ਲੰਬਾ ਵਿਸ਼ਾ ਇਤਿਹਾਸ ਹੈ, ਪਰ ਮੇਰੇ ਕੋਲ ਸਮਾਂ ਕੀਮਤੀ ਹੈ। ਜਦੋਂ ਲਾਸਟ ਦੀਵਾਨ ਹੋਏਗਾ ਉਦੋਂ ਇਸ ਵਿਸ਼ੇ 'ਤੇ ਮੈਂ ਗੱਲ ਕਰਾਂਗਾ ਆਪ ਸੰਗਤਾਂ ਨਾਲ, ਕਿ ਬਾਰ-ਬਾਰ ਇੱਕੋ ਗੱਲ ਦਾ ਰਿਪੀਟ ਕਿਉਂ ਕੀਤੀ ਜਾ ਰਹੀ ਹੈ ਉਦਾਸੀਆਂ 'ਤੇ, ਬਾਬਾ ਸ਼੍ਰੀ ਚੰਦ ਜੀ ਦੇ ਪਾਵਨ ਪਵਿੱਤਰ ਜੀਵਨ 'ਤੇ। ਇੱਥੇ ਗਿਆਨੀ ਸਾਡੇ ਬੜੇ ਪਿਆਰੇ ਨੇ, ਮਨੀਸ਼ ਸਿੰਘ ਜੀ ਵੀ ਬੈਠੇ ਨੇ। ਇਸੇ ਪ੍ਰਕਾਰ ਕੁਲਦੀਪ ਸਿੰਘ ਕਹਿਣ ਲੱਗੇ, ਬਾਬਾ ਜੀ ਇੱਛਾ ਹੈ ਕਿ ਪੁਰਾਣੇ ਜ਼ਮਾਨੇ, ਜਿਵੇਂ ਆਪਣੀ ਸੰਪਰਦਾ ਉਦਾਸੀ, ਹਾਥੀ 'ਤੇ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਸਰੂਪ, ਉਦੋਂ ਗੱਡੀਆਂ ਨਹੀਂ ਸਨ, ਇੰਨੀਆਂ ਬੱਸਾਂ ਨਹੀਂ ਸਨ, ਇੰਨੇ ਲੋਕਾਂ ਕੋਲ ਸਾਧਨ ਨਹੀਂ ਸਨ। ਬਾਬਿਆਂ ਨੇ ਕੀ ਕਰਨਾ, ਮਹਾਂਪੁਰਸ਼ਾਂ ਨੇ ਹਾਥੀ 'ਤੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਜਾਉਣੀ। ਦੇਖੋ ਇੰਨਾ ਅਦਬ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ
ਬਾਣੀ ਨੂੰ ਹਾਥੀ ਤੇ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਆਸਣ ਸਜਾ ਕੇ ਛਤਰ ਲਾ ਕੇ ਇੱਕ ਉਦਾਸੀ ਬਾਬੇ ਨੇ ਜਟਾਧਾਰੀ ਆਉਣਾ, ਪੂਰੇ ਆਪਣੀ ਰਹਿਤ ਮਰਿਆਦਾ ਉਦਾਸੀਆਂ ਵਾਲੀ, ਅਤੇ ਗੁਰੂ ਸਾਹਿਬ ਨੂੰ ਸੱਚੇ ਪਾਤਸ਼ਾਹ ਨੂੰ ਹਾਥੀ 'ਤੇ ਬਹਿ ਕੇ ਚੋਰ ਸਾਹਿਬ ਕਰਨਾ। ਔਰ ਪਿੰਡਾਂ 'ਚ ਰਮਤ ਕਰਦੇ ਹੁੰਦੇ ਸੀ। ਪਿੰਡਾਂ 'ਚ ਜਿਵੇਂ ਅੱਜ ਮੰਡੀ ਆਏ, ਕੱਲ੍ਹ ਨੂੰ ਬਚਕੀ ਚਲੇ ਗਏ, ਪਰਸੋਂ ਮਲਕਪੁਰ ਚਲੇ ਗਏ, ਇੱਦਾਂ ਰਮਤ ਦੇ। ਔਰ ਕਈਆਂ ਦੀ ਇੱਛਾ ਹੁੰਦੀ ਸੀ ਕਿ ਸਾਡੇ ਨਗਰ ਪਾਠ ਅਖੰਡ ਪਾਠ ਸਾਹਿਬ ਕਰੋ। ਮਹਾਂਪੁਰਖਾਂ ਨੇ, ਪੁਰਾਣੇ ਸੰਤਾਂ ਨੇ ਪਾਠ ਕਰਨੇ, ਅਖੰਡ ਪਾਠ ਰੱਖਣੇ। ਪਰ ਉਹਨਾਂ ਦਾ ਇੱਕ ਸਿਧਾਂਤ ਸੀ, ਜਿੱਥੇ ਜਮਾਤ, ਜਿਵੇਂ ਆਪਾਂ ਬੈਠੇ ਵੀ ਜਮਾਤ ਹੈ, ਜਿਵੇਂ ਇੱਕ ਪੰਥ ਹੈ, ਅਤੇ ਸੰਗਤ ਜੀ ਉਹ ਜਮਾਤ ਦੇ ਰੂਪ 'ਚ ਰੋਕ ਕਰਕੇ ਲੋਕਾਂ ਨੂੰ ਸ਼੍ਰੀ ਜਪਜੀ ਸਾਹਿਬ ਪੜ੍ਹਾਉਣਾ, ਸਿਖਾਉਣਾ, ਸੰਥਿਆ ਦੇਣੀ, ਅਖੰਡ ਪਾਠੀ ਬਣਾਉਣਾ। ਅੱਜ ਯੁੱਗ ਇਹੋ ਜਿਹਾ, ਪਾਠ ਕਰਨਾ ਤਾਂ ਦੂਰ ਦੀ ਗੱਲ ਹੈ, ਪਾਠੀ ਤਾਂ ਕੋਈ ਬਣਦਾ ਹੀ ਨਹੀਂ ਗਾ। ਪਾਠੀ ਬਣ ਕੇ ਕੋਈ ਰਾਜੀ ਨਹੀਂ ਹੈ। ਸਾਧੂ ਆਉਣ ਵਾਲੇ ਸਮੇਂ 'ਚ ਬੱਚਿਆਂ ਸਾਡਿਆਂ ਨੇ ਗ੍ਰੰਥੀ ਨੇ ਬਣਨਾ, ਸਾਧੂ ਵੀ ਨਹੀਂ ਲੱਭਣਾ ਦੁਨੀਆ 'ਚ ਸਾਧੂ। ਕਈ ਤਾਂ ਸੁੱਖਾਂ ਹੀ ਸੁੱਖ ਦੇ, ਸਾਧ ਹੀ ਮੁੱਕ ਜਾਣਾ। ਐਸੇ ਵੀ ਹੈਗੇ ਨੇ ਯੁੱਗ ਜਿਨ੍ਹਾਂ ਨੂੰ ਹੁੰਦਾ ਕਿ ਸਾਧੂ ਸੰਤ ਜਿਹੜੇ ਹੋਣ ਹੀ ਨਾ, ਪਰ ਇਹ ਭਰਮ ਹੈ, ਇੱਦਾਂ ਹੋ ਨਹੀਂ ਸਕਦਾ। ਖਾਲਸੇ ਨੂੰ ਮਕਾਉਂਦੇ ਦੁਨੀਆ ਦੇ ਵੱਡੇ ਵੱਡੇ ਸਮਰਾਟ ਮੁੱਕ ਗਏ, ਵੱਡੇ ਵੱਡੇ ਬਾਦਸ਼ਾਹ ਮੁੱਕ ਗਏ, ਖਾਲਸਾ ਨਹੀਂ ਮੁੱਕਿਆ। ਖਾਲਸਾ ਨਹੀਂ ਮੁੱਕਿਆ ਅਤੇ ਨਾਮ ਮੁੱਕ ਸਕਦਾ। ਇਸੇ ਪ੍ਰਕਾਰ ਮਾਰੇ ਕਹਿੰਦੇ, ਨਾਮ ਰਿਓ ਸਾਧੂ ਰਿਓ ਗੁਰੂ ਗੋਬਿੰਦ। ਇਹ ਚੀਜ਼ਾਂ ਕਦੇ ਮੁੱਕ ਨਹੀਂ ਸਕਦੀਆਂ। ਕਈ ਐਸੀਆਂ ਏਜੰਸੀਆਂ ਵੀ ਨੇ, ਐਸੇ ਲੋਕ ਵੀ ਨੇ ਜਿਹੜੇ ਅੱਜ ਵੀ ਮਨ ਵਿੱਚ ਇੱਛਾ ਧਾਰ ਕੇ ਬੈਠੇ ਕਿ ਇਹ ਸਾਧੂ ਸਮਾਜ ਨੂੰ ਖਤਮ ਕੀਤਾ ਜਾਏ। ਕਿਸ ਪ੍ਰਕਾਰ ਉਹਨਾਂ ਨੇ ਚਾਲਾਂ ਚੱਲੀਆਂ ਬੜੀਆਂ। ਆਪਾਂ ਲੋਕ ਹਾਂ ਭੋਲੇ, ਆਪਾਂ ਘਰਾਂ ਤੱਕ ਰਹਿਣਾ, ਆਪਣੇ ਬੱਚਿਆਂ ਦੀ ਪੜ੍ਹਾਈ ਤੱਕ, ਆਪਣੀ ਰੋਟੀ ਤੱਕ ਸੀਮਤ। ਪਰ ਐਸੇ ਵੀ ਲੋਕ ਨੇ, ਥੋੜ੍ਹਾ ਜਿਹਾ ਬਾਹਰ ਨਿਕਲ ਕੇ ਦੇਖੋਗੇ, ਇੰਨਾ ਕੁਛ ਹੋ ਰਿਹਾ ਹੈ, ਇੰਨਾ ਵੱਡਾ ਪੰਡਯੰਤਰ ਜੋ ਲੋਕ ਕਰ ਰਹੇ ਨੇ ਕਿ ਇਹਨਾਂ ਸੰਸਥਾਵਾਂ ਨੂੰ ਕਿਵੇਂ ਖਤਮ ਕੀਤਾ ਜਾਏ। ਨਕਲੀ ਬੰਦੇ ਵਾੜਨਗੇ ਵਿੱਚ, ਫਿਰ ਬੜੇ ਬੜੇ ਸਾਧ ਦੇਖਿਆ ਸਜ਼ਾ ਭੋਗਦੇ ਹੈ, ਔਰ ਬੜੇ ਬੜੇ ਫਕੀਰ ਸੰਗਤ ਜੀ ਉੱਤੋਂ ਥੱਲੇ ਆ ਗਏ, ਹੀਰੋ ਤੋਂ ਜੀਰੇ ਹੋ ਗਏ। ਕਾਰਨ ਕੀ ਹੈ? ਜਰਾ ਧਿਆਨ ਦਿਓ। ਇਸੇ ਪ੍ਰਕਾਰ ਇਹਨਾਂ ਲੋਕਾਂ ਨੇ ਇੱਕ ਮਹਾਨ ਸਾਜ਼ਿਸ਼ ਰਚੀ ਸੀ ਕਿ ਬਾਬਾ ਸ਼੍ਰੀ ਚੰਦ ਜੀ, ਜਿਨ੍ਹਾਂ ਦਾ ਜੀਵਨ ਮਹਾਨ ਤਪਸਵੀ ਸ਼੍ਰੀ ਗੁਰੂ ਨਾਨਕ ਦੇ ਘਰ 'ਚ ਆਗਮਨ ਹੋਇਆ। ਥੋੜ੍ਹੀ ਜਿਹੀ ਬੁੱਧੀ ਨੂੰ ਖੋਲ੍ਹ ਕੇ ਦੇਖੋ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਇੱਕ ਮਾਤਾ ਦੇ, ਇੱਕ ਦੇਵੀ ਦੇ ਉਪਾਸਕ ਸਨ। ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਇਤਿਹਾਸ ਗਵਾਹ, ਇੱਕ ਦੇਵੀ ਦੇ, ਇੱਕ ਮਾਤਾ ਦੇ ਉਪਾਸਕ ਸਨ। ਗੁਰੂ ਅਮਰਦਾਸ ਸਾਹਿਬ ਜੀ, ਸ਼੍ਰੀ ਗੁਰੂ ਅਮਰਦਾਸ ਤੀਸਰੀ ਪਾਤਸ਼ਾਹੀ, ਆਪਣੇ ਜੀਵਨ ਕਾਲ ਦੌਰਾਨ ਘੱਟੋ ਘੱਟ 20 ਵਾਰ ਗੰਗਾ ਤੇ ਹਰਿਦੁਆਰ ਯਾਤਰਾ ਕਹਿ ਲਓ, ਇਸ਼ਨਾਨ ਕਹਿ ਲਓ, ਗੁਰਦੇਵ ਗਏ। ਅੱਜ ਵੀ ਉੱਥੇ ਗੁਰਦੁਆਰਾ ਮੌਜੂਦ ਹੈ। ਗਿਆਨ ਕੀ ਗੋਦੜੀ, ਜਿਹੜਾ ਗੰਗਾ ਮਾਤਾ ਦੇ ਉੱਤੇ ਗੁਰਦੁਆਰਾ ਹੈ, ਗਿਆਨ ਕੀ ਗੋਦੜੀ, ਜਿੱਥੇ ਬ੍ਰਾਹਮਣ ਲੋਕ ਜਾਂ ਸਾਡੇ ਹਿੰਦੂ ਸਮਾਜ ਦੇ ਭਰਾ ਇਸ਼ਨਾਨ ਕਰਦੇ ਹੈ। ਗੰਗਾ ਮਾਤਾ ਦੇ ਜਿੱਥੇ ਹਰ ਕੀ ਪੌੜੀ ਹੈ, ਉੱਪਰ ਹੀ ਗੁਰਦੁਆਰਾ ਬਣਿਆ ਗਿਆਨ ਕੀ ਗੋਦੜੀ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਜਿੱਥੇ ਗੁਰੂ ਨਾਨਕ ਸਾਹਿਬ ਨੇ, ਜਿੱਥੇ ਬ੍ਰਾਹਮਣ ਸਾਡੇ ਪਾਣੀ ਉੱਧਰ ਨੂੰ ਪਾਉਂਦੇ ਸਨ ਚੜ੍ਹਦੇ ਨੂੰ, ਅਤੇ ਬਾਬੇ ਨੇ ਲਹਿੰਦੇ ਨੂੰ ਪਾਇਆ ਸੀ। ਉਹ ਗੁਰਦੁਆਰਾ ਅੱਜ ਵੀ ਉੱਥੇ ਮੌਜੂਦ ਹੈ। ਮੇਰਾ ਕਹਿਣ ਦਾ ਭਾਵ ਹੈ ਵੀ ਗੁਰਦੇਵ ਨੇ ਸਾਰਾ ਜਗਤ ਰਟਨ ਕੀਤਾ ਔਰ ਲੋਕਾਂ ਨੂੰ ਭਰਮ 'ਚੋਂ ਕੱਢ ਕੇ ਧਰਮ ਨਾਲ, ਸੱਚ ਨਾਲ ਜੋੜਿਆ। ਉਹੀ ਸਿਧਾਂਤ ਉਦਾਸੀ ਸੰਪਰਦਾ ਨੇ ਪਿੰਡਾਂ 'ਚ ਜਾਣਾ, ਜਿਨ੍ਹਾਂ ਨੂੰ ਪੰਜਾਬੀ ਨਹੀਂ ਸਿਮਦੀ ਉਹਨਾਂ ਨੂੰ ਕੋਲ ਬਹਾ ਕੇ ਗੁਰਮੁਖੀ ਸਿਖਾਉਣੀ, ਲਗਾ ਮਾਤਰਾ ਸਿਖਾਉਣੀਆਂ, ਸ਼੍ਰੀ ਜਪਜੀ ਸਾਹਿਬ ਸਿਖਾਉਣਾ, ਕੰਠ ਕਰਾਉਣਾ। ਸਾਡੇ ਮਨ, ਸਾਡੀਆਂ ਹੀ ਐਸੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ, ਐਸੀਆਂ ਏਜੰਸੀਆਂ, ਐਸਾ ਭਰਮ
पैदा किया कि ये नंगे लोग उदासियां कपड़े घट पाउंदे, लुंगी कली पा लैंदे हुंदे सी। भी ये जिहड़े लोग ने ये गुरु नानक दा परिवार नहीं है, अलग समझिया जाना, अलग किया गया, वखरा समझिया गया। पर तुसी सच करके जाणो जिन्नी बाणी उन्हां नूं कंठ सी ना, शायद मैं दावे ना कह सकदा अज बहुत घट सुरन होए। उदासी बाबियां ने गुरु साहब दे पवित्र स्वरूप जिस गुरु नूं असीं रोज़ नतमस्तक हो करके नमस्कार करते हैं, असीसा मंगते, साडे बाबियां ने 6-6 फुट 10-10 फुट ਦੀਆਂ लंबियां जुड़ावां ਹੁੰਦੀਆਂ ਸੀ ਉਹਨਾਂ ਦੀਆਂ। ਉਹਨਾਂ ਨੇ ਸੰਤ ਰੇਣ ਉਦਾਸੀ ਹੋਏ ਨੇ, ਉਹਨਾਂ ਨੇ ਆਪਣੇ ਹੱਥਾਂ ਨਾਲ ਗੁਰੂ ਮਹਾਰਾਜ ਦੇ ਪਵਿੱਤਰ ਗੁਰਬਾਣੀ ਦੇ ਸਰੂਪ, ਆਪਾਂ ਬੀੜਾ ਵੀ ਕਹਿ ਲੈਂਦੇ, ਸਰੂਪ ਤਿਆਰ ਕੀਤੇ। ਉਹ ਗੁਰਬਾਣੀ ਨਾਲ ਪਿਆਰ 'ਚ ਤਾਂ ਹੀ ਕੀਤੇ। ਮੈਂ ਫਿਰ ਗੱਲ ਰਿਪੀਟ ਕਰਾਂ, ਕੁਲਦੀਪ ਸਿੰਘ ਹੁਣੀ ਕਹਿੰਦੇ ਬਾਬਾ ਜੀ ਉਹ ਪ੍ਰਚਾਰ ਕਰਨਾ ਹੈ। ਮੈਂ ਕਿਹਾ ਪੁੱਤ, ਉਹ ਕਹਿੰਦੇ ਜੇਕਰ ਬਾਬਾ ਜੀ ਪ੍ਰਚਾਰ ਵੱਲ ਧਿਆਨ ਕਰਦੇ ਹਾਂ ਫਿਰ ਆਪਣਾ ਨਿਤਨੇਮ ਰਹਿ ਜਾਂਦਾ। ਜਿਹੜਾ ਬੰਦਾ ਨਿਤਨੇਮ ਕਰਦਾ ਨਾ, ਬਾਣੀ ਪੜ੍ਹਦਾ, ਚਾਹੇ ਉਹ ਸਤਨਾਮ ਵਾਹਿਗੁਰੂ ਵੀ ਸਵੇਰੇ ਉੱਠ ਕੇ ਕਰਦਾ, ਚਾਹੇ ਵੇਲੇ ਕੁ ਵੇਲੇ ਜਦੋਂ ਮਰਜ਼ੀ ਕਰਦਾ, ਮਨ ਨੂੰ ਤਨ ਨੂੰ ਆਦਤ ਹੋ ਜਾਂਦੀ ਹੈ। ਉਹ ਜਦੋਂ ਉਹ ਸਾਡੀ ਕਰਮ ਪੂਰਾ ਨਹੀਂ ਹੁੰਦਾ ਤੇ ਸਾਡੀ ਰੂਹ ਦੁਖੀ ਹੁੰਦੀ ਕਿ ਅੱਜ ਨਿਤਨੇਮ ਨਹੀਂ ਹੋਇਆ, ਅੱਜ ਮੇਰਾ ਅਭਿਆਸ नहीं होया, अज मेरा कर्म नहीं होया, तो बंदे दा मन बड़ा निराश हो जाता है। ये बच्चे कहन लगे बाबा जी दा नितनेम नहीं ना हुंदा, उस दिन एवें लगदा कि अज अध्यात्मक मौत हुई है, विराग हुंदा कि अज साडा पाठ नहीं होया। मैं एक गल कही, मैं कहा पुत्त तुसीं सारे छोटे छोटे ही जदों दा जीवन लाया, कीर्तन करना, मान लो परमात्मा की जिमें कथा करते हैं, कीर्तन करना एक महान तप है और सुनना भी एक तप है। तुसी हुण बैठे सुन रहे हो, एक तो हुंदा ना टूटी च पानी आउंदा वा, वो कल्ला कल्ला करके पींदा, एक हुंदा मींह, जदों मींह पैंदा वो सांझा ही पैंदा वा, सारिआं नूं बख्शिश करदा, सारिआं दियां, वो किसी की वट नहीं देखता, किसी की गदोरी नहीं देखता, किसी की रजिस्टरी नहीं देखता, किसी का धर्म नहीं देखता, किसी का मजहब नहीं देखता, किसी की जात नहीं देखता। जिवें महाराज ने कहा सिद्धांत है, मान की जात छवै एक ही पहचान। और जदों बरसात हुंदी है सांझी हुंदी, इस तरह कथा ते कीर्तन ऐसा रस है, ऐसी ताकत है कि सारिਆਂ ਦੇ ਮਨਾਂ ਨੂੰ ਧੋ ਕੇ ਰੱਖ ਦਿੰਦਾ ਹੈ। और कथा चलती होगी ना, सानू लगेगा भी अज कथा साडे ते लगी है, क्योंकि साडे मन के जिहड़े हाव भाव ने बदलते रहंदे ने, क्योंकि असीं गुरु घर विच कुछ होर हुंदे, गुरु घर तो असीं बाहर कुछ होर हुंदे, साडी बिरती चंचलता मन की। इस प्रकार संगत जी जदों संगत विच बैठी है, मन ठहराव च आउंदा है, तो मन जदों ठहर जाता है, विकारां तो रहत हुंदा है, सुख पैंदा है, गुरु के शरण ते शरण च बैठ के सुख शांति रूप में फील होंदी है, वह मन बड़ा ठहरिया हुंदा है। जदों मन रुकिया हुंदा है, कथा चलती, ऐ लगता कि सानू सुनाया जा रहा है, पर नहीं, वो तो एक रब्बी गुणां की गल की जाती है। दुनिया च दो ही चीज़ां ने, गुण ते अवगुण। किसी कोल गुण है, किसी कोल अवगुण है। और जे आप कहिए भी सारे गुण ही ने, ये बहुत बड़ा झूठ है। जे कहिए कि एक मनुख बड़ा ज्ञानी है, बड़ा गुणी है, बड़ा धर्मी है, बड़े गुण ने, एक कोरा झूठ है। जगत जे आए हो, ये पिंडे ते कोई दाग जरूर होएगा। ये परम है, असी कह देना फलाना बड़ा ज्ञानी जी, फलाना बड़ा तपस्वी है, फलाना बड़ा नेमी है, ये कोरा झूठ है। जिस जगत तुसी जन्म लिया, मत लो इत्थे बड़े बड़े हार गए, असीं काहदे विचारे हैं, असी की हैं, कुछ भी नहीं। बड़े बड़े दुनिया चों हार गए, ये परम है, कोरा झूठ है। कि जे मैं कहां मेरे वर्गा कोई नहीं है, मैं मूर्ख,
मेरे वर्गे लखां आए, लखां आने आ, लखां आके चले गए, लखां ने प्रचार करना। लोग गुण कैद करते हैं, औगण खिलार देंगे। मैं फिर कहां, जे किसी को बहुत सारे गुण ने ना, मैं माफ़ी मंगदा, उदों वड्डा औगण भी लोगों च हुंदा। जिद्दां गुण होएगा औगण भी वड्डा वड्डा होगा। ऐसे औगण ने वो शब्दां च नहीं आएणगे। कई बार ना फकीरां दी गल्लां समझ नहीं आउंदियां हुंदियां। जो वक्त वाहवा गांह जे लंघ जाता ना, तो साल 6 महीने फिर जाके समझ आती भी हाँ बाबियां गल कही सी। टाइम लगता है, साडी बुद्धि प्रगट नहीं करती छेती। इस करके मैं फिर कहां, जिन्ना वड्डा तुहानूं विद्वान जापूगा, जिड्डा वड्डा तुहानूं फकीर जापूगा, गुण तो छड्डो औगण उदों तिगना चुगना होएगा। सारे कहंदे नहीं, पर मैं कबूलदा। सारे नहीं कहणगे ये गल, पर यह कबूलना पेगा। परमात्मा के नाम तो बिना कदे भी जीवन बदलाव नहीं आउंदा। आओ ये मैं बच्चों की गल की है, सारे दर्द रखते है कि असीं गुरु साहब की बाणी का, नितनेम का, गुरसिੱਖੀ के सिद्धांतों का, कलगीधर दी रहमतां का प्रचार प्रसार कर सकीए। चलो गरीब जी अं साधु हाँ, जसपाल भाजी साथ दिता, संगत का बड़ा साथ है, बहुत सहयोग कर दियां संगतां, आनंद है। गुरु साहब की बड़ी छत्र छाया है। बाबा श्री चंद जी सदैव भी ना रहिंदे ने अपने भगतां दी, मर कहंदे सदा अंग संगे। इन्हां अखां हमेशा तड़फ रहिंदी अपने साईं दे चरनां च रहिए, तन नूं तड़फ रहिंदी, उहदी याद च रहिए, उहदी सेवा च हाज़र रहिए। हुण मैं बाबा श्री चंद साहब जी की गल करां। महान तपस्वी फकीरां दे शहनशाह, एक तो राजियां दा बादशाह ते शहनशाह हुंदा है, पर गुरु नानक नंदन बाबा श्री चंद साहिब साडे भगवान जी फकीरां दे शहनशाह, फकीरां दे शहनशाह। राजा होएगा, बादशाह होएगा, पर साडे शहनशाह सन। ऐसे तपस्वी सन बाबा श्री चंद जी। फेस नूं आपां मतलब कि एक नूर कह देंगे, पंजाबी इंग्लिश नूं औरा कह देंगे है। बाबा श्री चंद जी के नेत्र इन्ने प्यारे कि हर टाइम परमात्मा की करतार की याद जुड़े तो भिजे रहने, हर वक्त। ऐसा चेहरे ते प्रताप कदे भी चंद नूं देखीए ना रात नूं, ते चंद किड्डा सोहना लगदा देखण नूं, तारियां दी रोशनी दे विच। एक चंद दे पूर्णमासी दा रात नूं चंद चढ़दा, दूर रात है, दूर तक बंदा दिखदा है। इसे प्रकार गुरु नानक नंदन माता सुलखणी दी अख दे तारे, बेबे नानकी भूआ दे राज दुलारे, महान तपस्वी बाबा श्री चंद जी महाराज, उन्हां नूं एक छड्डो जिहड़ा उन्हां दे चेहरे दी रोशनी प्रकाश सी 6 चंदां जिन्ना सी, 6 चंदां जिन्ना। एक चंद, 2 चंद, 6 चंद। भगवान जी जिथे समाधि लाउंदे सन, बड़ी दूरों लोगों को पता लगता सी कि गुरु नानक साहब के साहिबजादे इत्थे तपस्या कर रहे। मनुख छड्डो, जिन्हां चीज़ों तो सानूं डर लगता है, सप, हाथी, घोड़े, अनेक प्रकार के जीव, वो भगवान जी की शरण आ करके बैठते होंदे सन। जे तपस्या सी तां ही। जे गुरु नानक नूं 11 पीर मन्निया गया, उन्हां दा पुत्र भी महान तपस्वी फकीर
ਬਾਬੇ ਕਮਲੀਆ ਨੇ ਸਾਰੀ ਜ਼ਿੰਦਗੀ ਆਪਣਾ ਜੀਵਨ ਲਾ ਕੇ ਬਾਬਾ ਸ਼੍ਰੀ ਚੰਦ ਜੀ ਦੀ ਸੇਵਾ ਕੀਤੀ ਹੈ। ਬਹੁਤ ਸਾਰਾ ਉਹਨਾਂ ਨੇ ਗੁਰਸਿੱਖੀ ਦਾ, ਗੁਰੂ ਨਾਨਕ ਦੀ ਬਾਣੀ ਦਾ ਪ੍ਰਚਾਰ ਕੀਤਾ ਹੈ। ਜਿੱਥੇ ਜਿੱਥੇ ਬਾਪੂ ਗਏ ਹੈ, ਬਾਬਾ ਸ਼੍ਰੀ ਚੰਦ ਜੀ ਵੀ ਉੱਥੇ ਉੱਥੇ ਜਾ ਕੇ ਸ਼ਬਦ ਦਾ ਪ੍ਰਚਾਰ ਕਰਦੇ ਰਹੇ। ਹੁਣ ਕਈਆਂ ਨੂੰ ਭੁਲੇਖਾ ਹੈ ਕਿ ਉਦਾਸੀ ਪਤਾ ਨਹੀਂ ਕੀ ਜਪਦੇ ਹੈ। ਸੰਗਤ ਜੀ, ਉਦਾਸੀ ਸੰਪਰਦਾ ਮੂਲ ਮੰਤਰ ਦੀ ਉਪਾਸਕ ਹੈ। ਗੁਰੂ ਨਾਨਕ ਨੇ ਸਾਡੇ ਬਾਪੂ ਨੇ ਜਿੱਦਣ ਸ੍ਰੀ ਸੁਲਤਾਨਪੁਰ ਸੰਗਤ ਜੀ ਜਿੱਥੇ 13 ਤੋਲਿਆ ਗੁਰਦੇਵ ਪਿਤਾ ਜੀ ਨੇ ਨਵਾਬ ਦੌਲਤ ਖਾਨ ਦੇ ਮੋਦੀ ਖਾਨ ਤੇ ਗੁਰਦੇਵ ਰਾਵੀ ਦਿਨ ਟੁਬਕੀ ਲਾ ਕੇ 3 ਦਿਨਾਂ ਬਾਅਦ ਬਾਹਰ ਆਏ ਸਨ। ਤੇ ਬਾਪੂ ਨੇ ਪਹਿਲਾਂ ਉਚਾਰਨ ਕੀਤਾ ਸੀ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ। ਇਹ ਸਾਡੇ ਦੁਨਿਆਵੀ ਲੋਕਾਂ ਦੀ ਝੋਲੀ 'ਚ ਪਾਇਆ ਸ਼ਬਦ ਮੰਤਰ, ਮਹਾਮੰਤਰ, ਗੁਰਮੰਤਰ। ਅੱਜ ਸਾਡੇ ਵਾਲੇ ਭੱਜੇ ਫਿਰਦੇ ਆ, ਨਾਮ ਮਿਲ ਜੇ ਕਿਤੋਂ ਨਾਮ ਮਿਲ ਜੇ। ਨਾਮ ਤਾਂ ਦਿੱਤਾ ਵਾ, ਜਪ ਲਓ। ਜਪੋਗੇ ਤੇ ਨਾਮ ਉੱਗੇਗਾ, ਜੋ ਬੀਜੋਗੇ ਉੱਗੇਗਾ ਹੀ। ਜ਼ਮੀਨ ਖਾਲੀ ਪਈ ਹੈ, ਵੱਤਰ ਹੈ, ਜ਼ਿਮੀਂਦਾਰ ਜੋ ਛਿੱਟਾ ਦੇ ਦੂਗਾ ਉਹਨੇ ਉੱਗ ਜਾਣਾ ਵਾ। ਸਰੀਰ ਜ਼ਮੀਨ ਹੈ, ਮਿੱਟੀ ਹੈ। ਜੇ ਤੁਸੀਂ ਬੋਣਾ ਹੀ ਨਹੀਂ, ਬੀਜਣਾ ਹੀ ਨਹੀਂ ਤੇ ਉੱਗੇਗਾ ਕੀ ਫਿਰ? ਪੈਲੀ ਖਾਲੀ ਪਈ ਹੈ, ਘਾਹ ਫੂਸ ਉੱਗ ਜਾਂਦਾ ਹੈ, ਗੁੱਲੀ ਡੰਡਾ ਹੋ ਜਾਂਦਾ ਹੈ, ਇੰਨਾ ਉਹ ਪੈਲੀ ਸਾਰੀ ਖਰਾਬ ਹੋ ਜਾਂਦੀ ਹੈ, ਪੱਥਰ ਹੋ ਜਾਂਦਾ ਹੈ। ਜ਼ਮੀਨ ਵਿਹਲੀ ਪਈ ਪਈ ਪੱਥਰ ਹੋ ਜਾਂਦੀ। ਹੁਣ ਜਿਹੜਾ ਮਨ ਹੈ, ਜਿੱਥੇ ਨਾਮ ਨਹੀਂ ਹੈ, ਜਿੱਥੇ ਭਜਨ ਨਹੀਂ ਹੈ, ਜਿੱਥੇ ਜਿਸ ਕਾਇਆ ਪਰਮੇਸ਼ਵਰ ਦਾ ਨਾਮ ਨਹੀਂ ਹੈ, ਉਹ ਜ਼ਮੀਨ ਜਾਣੀ ਕਿ ਉਹ ਸਰੀਰ, ਤਨ, ਮਨ ਵਿਕਾਰਾਂ ਦਾ, ਮੈਲ ਦਾ ਸ਼ਿਕਾਰ ਹੋ ਜਾਏਗਾ। ਮੈਲ ਹੀ ਅੰਦਰ ਪੈਦਾ ਹੋਏਗੀ। ਦੂਜਾ, ਜਿਵੇਂ ਜ਼ਮੀਨ ਪੱਥਰ ਹੋ ਜਾਂਦੀ, ਮਨ ਇੰਨਾ ਚੰਚਲ, ਇੰਨਾ ਕਠੋਰ ਹੋ ਜਾਂਦਾ ਕਿ ਦਇਆ ਨਾਮ ਦੀ ਚੀਜ਼ ਹੀ ਬੰਦਾ ਗਵਾ ਲੈਂਦਾ। ਧਰਮ ਤੋਂ ਬੰਦਾ ਦੂਰ ਚਲੇ ਜਾਂਦਾ। ਹਰ ਬਚਨ ਨੂੰ, ਹਰ ਗੱਲ ਨੂੰ ਉਹ ਖੰਡਨ ਹੀ ਕਰਦਾ ਫਿਰਦਾ। ਇਸੇ ਪ੍ਰਕਾਰ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਨ ਤਪਸਵੀ ਸਨ। ਅੱਜ ਵੀ ਨੇ, ਬੜੀਆਂ ਸੁੰਦਰ ਉਹਨਾਂ ਦੀਆਂ ਜੜਾਵਾਂ ਨੇ, ਬਹੁਤ ਸੁੰਦਰ ਉਹਨਾਂ ਦੇ ਚਰਨ ਨੇ। ਸੰਗਤ ਜੀ, ਰਚਨਾ ਬੜੀ ਛੋਟੀ ਹੈ, ਮੁੱਖ ਬੜਾ ਗਰੀਬੜਾ ਜਿਹਾ ਹੈ। ਆਪਣੇ ਸਾਹਿਬ ਦੀਆਂ ਮੈਂ ਕੀ ਸਿਫਤਾਂ ਕਰਾਂ। ਜੀਵਾ ਏਕ ਅਨੇਕ ਗੁਣ, ਜੀਵਾ ਅਨੇਕ ਏਕ ਕਵਣ ਗੁਣ ਤੇਰੇ। ਉਹ ਪਰਮਾਤਮਾ ਪਰਬ੍ਰਹਮ ਸਮਰੱਥ ਹੈ। ਜਿੱਦਣ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਜਨਮ ਲਿਆ ਸੀ ਨਾ, ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਉਦਾਸ ਬਰਾਗ 'ਚ ਰਹਿੰਦੇ ਸੀ ਹਰ ਵਕਤ, ਬਾਪੂ ਉਸ ਦਿਨ ਖੁਸ਼ ਹੋਏ। ਬਾਬੇ ਨੇ ਬਾਬੇ ਸ਼੍ਰੀ ਚੰਦ ਨੂੰ ਝੋਲੀ 'ਚ ਲਿਆ। ਜਿਹੜੀ ਭੂਆ ਨੇ ਵੀਰ ਗੁਰੂ ਨਾਨਕ ਮੰਗ ਕੇ ਕਾਲ ਪੁਰਖ ਤੋਂ ਗੁਰੂ ਨਾਨਕ ਲਏ ਸਨ, ਉਸ ਭੈਣ ਨੇ, ਉਸ ਭੂਆ ਨੇ ਆਪਣੇ ਉਸ ਭਤੀਜੇ ਨੂੰ ਝੋਲੀ ਚੁੱਕ ਕੇ ਖੜਾਇਆ, ਮੁੱਖ ਮੱਥਾ ਚੁੰਮਿਆ ਕਿ ਮੇਰੇ ਨਾਨਕ ਵੀਰ ਦੇ ਘਰ ਇੱਕ ਬਾਲਕ ਨੇ, ਇੱਕ ਭਚੰਗੀ ਨੇ ਜਨਮ ਲਿਆ। ਇੰਨੀ ਖੁਸ਼ੀ ਸੀ ਉਸ ਘਰਾਣੇ, ਬੇਦੀ ਕੁੱਲ ਵਿੱਚ, ਬੇਦੀ ਪਰਿਵਾਰ 'ਚ ਇੰਨੀ ਖੁਸ਼ੀ ਸੀ ਕਿ ਗੁਰੂ ਨਾਨਕ ਦੇ ਘਰ ਗੁਰੂ ਨਾਨਕ ਦੇ ਨੰਦਨ ਬਾਬਾ ਸ਼੍ਰੀ ਚੰਦ ਜੀ ਨੇ ਅਵਤਾਰ ਲਿਆ। ਹੁਣ ਤੁਸੀਂ ਕੀ ਹੋ? ਤੁਸੀਂ ਵੀ ਗੁਰੂ ਨਾਨਕ ਦੇ ਪੁੱਤਰ ਹੋ। ਇੱਕ ਬਿੰਦੀ ਇੱਕ ਨਾਦੀ ਪੁੱਤਰ ਹੈ। ਬਿੰਦੀ ਤੇ ਨਾਦੀ ਇਹ ਗੁਰੂ ਦੇ ਪੁੱਤਰ ਨੇ ਦੋਵੇਂ। ਜਿਸ ਬੇਦੀ ਪਰਿਵਾਰ ਨੂੰ ਗੁਰੂ ਨਾਨਕ ਨੂੰ ਆਪਣੇ ਬੱਚੇ ਦੇ ਆਗਮਨ ਦੀ ਇੰਨੀ ਖੁਸ਼ੀ ਹੈ, ਮੈਂ ਇੱਕ ਸ਼ਬਦ ਵਰਤਣਾ ਚਾਹੁੰਦਾ ਵਾਂ, ਸ਼ਾਇਦ ਚੰਗਾ ਨਾ ਕਈਆਂ ਨੂੰ ਲੱਗੇ, ਪਰ ਅੱਜ
ਸਾਡੇ ਇਸ ਜਗਤ ਦੇ ਵਿੱਚ ਐਸੀ ਕਮਜ਼ੋਰੀ ਆ ਚੁੱਕੀ ਹੈ, ਐਸੀ ਬੰਦੇ ਦੀ ਬਿਰਤੀ ਗਿਰ ਚੁੱਕੀ ਹੈ ਕਿ ਉਹਨਾਂ ਨੂੰ ਬਾਬਾ ਸ਼੍ਰੀ ਚੰਦ ਜੀ ਦਾ ਨਾਮ ਲੈਣ ਲੱਗਿਆਂ ਵੀ ਖੁਸ਼ੀ ਨਹੀਂ ਹੁੰਦੀ, ਉਹਨਾਂ ਦੇ ਖੂਨ ਉਹਦੀ ਛੱਡ ਜਾਂਦੇ। ਸੰਗਤ ਜੀ, ਗੁਰੂ ਨਾਨਕ ਦੇ ਘਰ ਵਿੱਚ ਖੁਸ਼ੀ, ਬਾਬੇ ਨੇ ਖੁਸ਼ੀਆਂ ਮਨਾਈਆਂ, ਗਰੀਬਾਂ ਨੂੰ ਦਾਨ ਕੀਤਾ। ਸਾਰੇ ਸੁਲਤਾਨਪੁਰ ਦੇ ਵਿੱਚ ਸੰਗਤ ਜੀ ਗੀਤ ਗਾਏ ਗਏ, ਛੋਲੇ ਗਾਏ ਗਏ, ਦਾਨ ਪੁੰਨ ਹੋਇਆ, ਭੰਡਾਰਾ ਕੀਤਾ ਗਿਆ, ਜੱਚ ਕੀਤਾ ਗਿਆ। ਬਾਬਾ ਸਾਡਾ ਐਡਾ ਖੁਸ਼ ਹੈ। ਅੱਜ ਆ ਬਾਬੇ ਦੀ ਫੁਲਵਾੜੀ ਜਿਹੜੀ ਹੈ, ਚਾਹੇ ਕਿਤੇ ਵੀ ਰਹਿ ਰਹੀ ਹੈ, ਅਤੇ ਉਸ ਫੁਲਵਾੜੀ ਨੂੰ ਬਾਬੇ ਦੇ ਘਰ ਦੀ ਖੁਸ਼ੀ ਨਹੀਂ ਹੁੰਦੀ। ਕਿੰਨਾ ਫਰਕ ਹੈ ਸਾਡੀ ਬਿਰਤੀ। ਬਾਬਾ ਵੱਡਾ ਕਿ ਅਸੀਂ ਵੱਡੇ ਹਾਂ? ਵੱਡਾ ਤੇ ਹੈ, ਉਹਨੇ ਵੱਡਾ ਹੀ ਰਹਿਣਾ, ਸਭ ਤੋਂ ਵੱਡਾ ਸਤਿਗੁਰੂ ਨਾਨਕ। ਤੇ ਵੱਡੇ ਦੇ ਘਰ ਵੱਡੇ ਹੀ ਆਉਣਗੇ। ਜੇ ਵੱਡਾ ਤਪਸਵੀ ਸੀ, ਉਹਦੇ ਘਰ ਵੀ ਵੱਡਿਆਂ ਨਹੀਂ ਆਉਣਾ ਸੀ, ਉਹ ਵੀ ਤਪਸਵੀ ਸੀ। ਸ਼ਾਇਦ ਉਹਨਾਂ ਦੀ ਕਿੰਨੀ ਤਪੱਸਿਆ ਸੀ ਬਾਬਾ ਸ਼੍ਰੀ ਚੰਦ ਜੀ ਦੀ। ਗੁਰੂ ਨਾਨਕ ਦੇ ਘਰ ਆਗਮਨ ਲੈਣਾ, ਉਸ ਘਰ ਦੀ ਖੁਸ਼ੀ, ਇਹਦਾ ਮਤਲਬ ਸੀ ਉਸ ਘਰ ਦੀ ਖੁਸ਼ੀ ਬਰਦਾਸ਼ਤ ਨਹੀਂ ਕਰ ਰਹੇ। ਤੇ ਬਾਬਾ ਕਿੰਨਾ ਖੁਸ਼ ਹੈ, ਮਾਤਾ ਕਿੰਨੀ ਖੁਸ਼ ਹੈ, ਪਿਤਾ ਕਲਿਆਣ ਚੰਦ, ਦਾਦੀ ਕਿੰਨੀ ਖੁਸ਼ ਹੈ, ਮਾਤਾ ਤ੍ਰਿਪਤਾ, ਭੂਆ, ਬੇਬੇ ਨਾਨਕੀ ਕਿੰਨੇ ਖੁਸ਼ ਨੇ। ਪਰ ਜਗਤ ਐਸੇ ਵੀ ਨੇ, ਵਿਸ਼ਵ ਕੁਛ ਥੋੜ੍ਹੇ ਜਿਹੇ, ਜ਼ਿਆਦਾ ਨਹੀਂ, ਥੋੜ੍ਹੇ ਜਿਹੇ ਮਾਮੂਲੀ ਜਿਹੇ ਇਨਸਾਨ ਨੇ ਜਿਨ੍ਹਾਂ ਨੇ ਰੋਟੀਆਂ ਖਾਣੀਆਂ ਹੁੰਦੀਆਂ ਵਾ ਆਪਣੇ। ਉਹ ਜ਼ਰੂਰੀ ਨਹੀਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਤੋਂ ਵੀ ਤੰਗ ਹੋ ਜਾਂਦੇ ਨੇ, ਗੁਰੂ ਨਾਨਕ ਦੇ ਸਿਧਾਂਤਾਂ ਤੋਂ ਵੀ ਤੰਗ ਹੋ ਜਾਂਦੇ ਨੇ, ਬਾਬੇ ਦੀ ਬਾਣੀ ਤੋਂ ਵੀ ਤੰਗ ਹੋ ਜਾਂਦੇ ਨੇ। ਉਹ ਕਹਿਣਗੇ 5 ਬਾਣੀਆਂ ਜਿਹੜੀਆਂ ਪੜ੍ਹ ਕੇ ਅੰਮ੍ਰਿਤ ਨੂੰ ਛਕਾਉਣਾ ਜੀ 3 ਸ਼ੁਰੂ ਕਰ ਦਿਓ। ਐਸੇ ਵੀ ਮਹਾਂਮੂਰਖ ਨੇ ਦੁਨੀਆ। ਇਸ ਕਰਕੇ ਥੋੜ੍ਹੇ ਜਿਹੇ ਲੋਕ ਨੇ, ਬਹੁਤ ਨਹੀਂ। ਮੇਰਾ ਕਹਿਣ ਦਾ ਭਾਵ ਇਹ ਆ, ਡੋਲੀ ਦਾ, ਤਿੜਕੀ ਦਾ, ਭਰਮੀ ਦਾ ਸ਼ੰਕਿਆਂ 'ਚ ਨਹੀਂ ਪਈਦਾ। ਜਿਸ ਵੇਲੇ ਸ਼ੰਕਾ ਔਰ ਜਿਸ ਵੇਲੇ ਸੁਰਾਖ ਹੋ ਜਾਏ, ਉਹ ਬੇੜਾ ਸਮੁੰਦਰ 'ਚ ਡੁੱਬ ਜਾਂਦਾ। ਜਿਸ ਤਨ, ਜਿਸ ਮਨ ਭਰਮ ਅਤੇ ਸ਼ੰਕਾ ਪੈਦਾ ਹੋਏ, ਉਹ ਅੱਜ ਵੀ ਡੁੱਬਿਆ, ਕੱਲ੍ਹ ਵੀ ਡੁੱਬਿਆ ਅਤੇ ਪਰਸੋਂ ਵੀ ਡੁੱਬਿਆ। ਲੋ ਉਹ ਭਵ ਸਾਗਰ ਤੋਂ ਪਾਰ ਨਹੀਂ ਉਤਰਦਾ। ਆਓ ਬਾਬਾ ਸ਼੍ਰੀ ਚੰਦ ਜੀ ਦੀਆਂ ਰਹਿਮਤਾਂ, ਬਖਸ਼ਿਸ਼ਾਂ, ਅਸੀਸਾਂ ਵਰਤਦੀਆਂ ਨੇ। ਉਹ ਜਿੰਨਾ ਝੋਲੀਆਂ ਭਰਨੇ ਉਹਨਾਂ ਭਾਰੀ ਲੈਣੀਆਂ ਵਾ। ਜਿਨ੍ਹਾਂ ਨੂੰ ਨਹੀਂ ਆਈ ਜਾਚ, ਉਹ ਫਿਰ ਲੱਗੇ ਫਿਰਨ ਜਿੱਥੇ ਮਰਜ਼ੀ। ਮੈਂ ਹਰ ਵਾਰ ਕਹਿੰਦਾ ਹੁੰਦਾ, ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ, ਸ਼੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ, ਹਰਿਮੰਦਰ ਸਾਹਿਬ, ਬਹੁਤ ਸਾਰੀਆਂ ਸੰਗਤਾਂ ਜਾਂਦੀਆਂ। ਹਰ ਮਹੀਨੇ ਸੰਗਤ ਜ਼ਰੂਰ ਜਾਇਆ ਕਰੇ, ਦਰਸ਼ਨ ਮੇਲਾ ਕਰੇ, ਇਸ਼ਨਾਨ ਕਰੇ। ਗੁਰੂ ਰਾਮਦਾਸ ਦੇ ਘਰ ਬੜੀਆਂ ਸ਼ਕਤੀਆਂ, ਬੜੀਆਂ ਰਹਿਮਤਾਂ, ਦਇਆ ਦਾ ਘਰ ਹੈ। ਆਓ ਜੁੜੋ, ਹੋਰਾਂ ਨੂੰ ਜੋੜੋ, ਬਾਣੀ ਪੜ੍ਹੋ, ਖੁਦ ਬਾਣੀ ਪੜ੍ਹੋ, ਅੰਮ੍ਰਿਤ ਵੇਲੇ ਉੱਠੋ। ਜਿਹੜੀ ਅਰਦਾਸ ਹੁੰਦੀ ਹੈ ਨਾ ਰੱਬ ਦੇ ਚਰਨਾਂ 'ਚ, ਭਾਈ ਅਰਦਾਸ ਖੁਦ ਕਰਿਆ ਕਰੋ। ਖੁਦ ਜੇ ਤੁਸੀਂ ਪਰਮਾਤਮਾ ਦੇ ਚਰਨਾਂ 'ਚ ਆਪ ਆਪਣੀ ਅਰਦਾਸ ਕਰੋਗੇ, ਮੈਂ ਵਿਸ਼ਵਾਸ ਨਾ ਕਰਨਾ ਉਹ ਛੇਤੀ ਪੂਰੀ ਹੁੰਦੀ ਹੈ। ਜੇ ਆਪਾਂ ਕਹਾਂਗੇ ਉਹਦੇ ਤੋਂ ਕਰਾ ਲਈਏ, ਉਹਦੇ ਤੋਂ ਕਰਾ ਲਈਏ, ਖੁਦ ਅਰਦਾਸ ਕਰਕੇ ਦੇਖੋ ਆਪਣੇ ਪਿਤਾ ਦੇ ਚਰਨਾਂ 'ਚ। ਪੁੱਤਰ ਫਰਿਆਦ ਕਰੇ, ਐਸਾ ਕੋਈ ਮਾਈ ਬਾਪ ਨੂੰ ਜੋ ਨਾ ਸੁਣੇ। ਜੇ ਪੁੱਤਰ ਨੇ ਆਪਣੇ ਬਾਪ ਨੂੰ ਨਹੀਂ ਕਹਿਣਾ, ਪਿਤਾ ਨੂੰ ਨਹੀਂ ਕਹਿਣਾ, ਮਾਤਾ ਨੂੰ ਨਹੀਂ ਕਹਿਣਾ, ਮਾਤਾ ਸਾਹਿਬ ਦੇ ਬਾਅਦ ਸਾਡੇ ਮਾਤਾ ਨੇ, ਬੇਬੇ ਨਾਨਕੀ ਸਾਡੇ ਮਾਤਾ ਨੇ, ਮਾਤਾ ਸੁਲੱਖਣੀ ਸਾਡੀ ਮਾਤਾ ਹੈ, ਮਾਤਾ ਖੀਵੀ ਨੇ ਬੜੀ ਸੇਵਾ ਕੀਤੀ ਹੈ, ਬੜੀਆਂ ਅਸੀਸਾਂ ਨੇ ਗੁਰੂ ਘਰ ਦੇ ਵਿੱਚ। ਆਓ ਆਪਣੀ ਅਰਦਾਸ ਖੁਦ ਕਰਿਆ ਕਰੋ। ਸੰਗਤ ਜੀ, ਬੜੇ ਪਿਆਰ ਨਾਲ ਇੱਕ ਤਾਰਨਾ ਪੜ੍ਹ ਕੇ ਆਪਾਂ ਸਮਾਪਤੀ ਦੇ ਵੱਲ ਚੱਲੀਏ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮਾਫੀ ਹੈ। ਆਪ ਛੋਟੇ ਬੱਚਿਆਂ ਤੋਂ ਵੱਡਿਆਂ ਬਜ਼ੁਰਗਾਂ ਤੱਕ ਬੜਾ ਅਥਾਹ ਪਿਆਰ ਹੈ। ਪਿਛਲੇ ਐਤਵਾਰ ਆਪ ਸੰਗਤਾਂ ਦੇ ਚਰਨਾਂ 'ਚ ਦਾਸ ਨੇ ਬਹੁਤ ਸਾਰੀਆਂ ਅਰਜ਼ੋਈਆਂ, ਬੇਨਤੀਆਂ ਕੀਤੀਆਂ ਸਨ ਕਿ ਅਖਾੜਾ ਸਾਹਿਬ ਦੀ ਇਮਾਰਤ ਸ਼ੁਰੂ ਕਰਨੀ ਹੈ। ਸੋ ਬਹੁਤ ਸਾਰੀਆਂ ਸੰਗਤਾਂ ਮੇਰੇ ਵਿਦੇਸ਼ਾਂ 'ਚ ਬੈਠੇ ਛੋਟੇ ਵੱਡੇ ਵੀਰ ਭੈਣਾਂ, ਮਾਤਾਵਾਂ, ਭਾਰਤ ਦੇ ਵਿੱਚ ਜਿੱਥੇ ਕਿਤੇ ਵੀ ਸੰਗਤਾਂ ਰਹਿ ਰਹੀਆਂ, ਸਾਰਿਆਂ ਨੇ ਫੋਨ ਵੀ ਕੀਤੇ ਕਿ ਬਾਬਾ ਜੀ ਅਸੀਂ ਹਰ ਮਹੀਨੇ ਸੇਵਾ ਕਰਾਂਗੇ, ਔਰ ਕਈਆਂ ਨੇ ਕੀਤੀ ਵੀ ਹੈ। ਮੈਂ ਉਹਨਾਂ ਸਾਰੀਆਂ ਰੂਹਾਂ ਦਾ, ਆਪ ਸੰਗਤਾਂ ਦਾ ਧੰਨਵਾਦ ਕਰਦਾ ਹਾਂ।
ਔਰ ਮੈਂ ਆਸ ਕਰਦਾ ਕਿ ਇਸ ਅਸਥਾਨ ਨੂੰ, ਗੁਰੂ ਦਰਬਾਰ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੇ ਸੁੰਦਰ ਮੰਦਰ ਤਿਆਰ ਕਰ ਸਕੀਏ। ਬਾਬਾ ਸ਼੍ਰੀ ਚੰਦ ਜੀ ਦਾ ਪਾਵਨ ਪਵਿੱਤਰ ਜਿੱਥੇ ਟੂਣਾ ਸਾਹਿਬ ਹੈ ਸੰਗਤ ਜੀ, ਉੱਥੇ ਵੀ ਸੁੰਦਰ ਇਮਾਰਤ ਬਣਾ ਕਰਕੇ, ਗੁੰਮਤ ਬਣਾ ਕਰਕੇ ਸੇਵਾ ਭਾਵਨਾ ਕਰ ਸਕੀਏ। ਸੋ ਆਪ ਸੰਗਤ ਦੇ ਬੜਮੁੱਲੇ ਸਹਿਯੋਗ ਦੀ ਜ਼ਰੂਰਤ ਹੈ। ਸੋ ਜਿੰਨੇ ਵੀ ਮਾਈ ਭਾਈ ਜ਼ਿਮੀਂਦਾਰ ਛੋਟੇ ਵੱਡੇ ਜਿੰਨੇ ਵੀ, ਮੈਂ ਇੱਕ ਗਿਣਾ ਤੇ ਬਹੁਤ ਲੰਬਾ ਹੋ ਜਾਣਾ, ਮੈਂ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਪਿਆਰ ਭਰੀ ਕਿ ਸਾਰੇ ਆਪਣੇ ਦਸਾਂ ਨੂੰਹਾਂ ਦੀ ਕਿਰਤ ਕਮਾਈ 'ਚੋਂ ਦਸਵੰਧ ਕੱਢ ਕੇ ਸੰਗਤ ਜੀ ਅਖਾੜਾ ਸਾਹਿਬ ਦਾ, ਆਪਣੇ ਪਰਿਵਾਰ ਦਾ ਹੀ ਸਾਥ ਦੇਣ ਦਾ ਯਤਨ ਕਰੋ। ਆਓ ਬੜੇ ਪਿਆਰ ਨਾਲ ਸਾਰਿਆਂ ਨਾਲ ਜੁੜਨਾ। ਕੰਨੀ ਮੁੰਦਰਾਂ ਤੇ ਸ਼ੀਸ਼ ਤੇ ਜਟਾਵਾਂ, ਤਾਰਨ ਆਏ ਦੁਨੀਆ ਨੂੰ। ਕੰਨੀ ਮੁੰਦਰਾਂ ਤੇ ਸ਼ੀਸ਼ ਤੇ ਜਟਾਵਾਂ, ਤਾਰਨ ਆਏ ਦੁਨੀਆ ਨੂੰ। ਕੰਨੀ ਮੁੰਦਰਾਂ ਤੇ ਸ਼ੀਸ਼ ਤੇ ਜਟਾਵਾਂ, ਤਾਰਨ ਆਏ ਦੁਨੀਆ ਨੂੰ। ਕੰਨੀ ਮੁੰਦਰਾਂ ਤੇ ਸ਼ੀਸ਼ ਤੇ ਜਟਾਵਾਂ, ਤਾਰਨ ਆਏ ਦੁਨੀਆ ਨੂੰ। ਮੇਰੇ ਪਿਆਰੇ ਤਾਰਨ ਆਏ ਦੁਨੀਆ ਨੂੰ। ਮੇਰੇ ਪਿਆਰੇ ਤਾਰਨ ਆਏ ਦੁਨੀਆ ਨੂੰ। ਵਾ 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 ਤਾਰਨ ਆਏ ਦੁਨੀਆ ਨੂੰ। ਵਾ 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 ਤਾਰਨ ਆਏ ਦੁਨੀਆ ਨੂੰ। ਕੰਨੀ ਮੁੰਦਰਾਂ ਤੇ ਸ਼ੀਸ਼ ਤੇ ਜਟਾਵਾਂ, ਸ਼ੀਸ਼ ਤੇ ਜਟਾਵਾਂ, ਤਾਰਨ ਆਏ ਦੁਨੀਆ ਨੂੰ। ਕੰਨੀ ਮੁੰਦਰਾਂ ਤੇ ਸ਼ੀਸ਼ ਤੇ ਜਟਾਵਾਂ, ਤਾਰਨ ਆਏ ਦੁਨੀਆ ਨੂੰ। ਸੋ ਸੰਗਤ ਜੀ, ਇੰਨੀ ਕੁ ਹਾਜ਼ਰੀ ਸਾਰੇ ਪ੍ਰਵਾਨ ਕਰਿਓ। ਹੋਈਆਂ ਬੇਅੰਤ ਭੁੱਲਾਂ ਦੀ ਸਮਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।